ਵਿਦਿਆਰਥੀਓ, ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ BA ਭਾਗ ਤੀਜਾ ਸਮੈਸਟਰ 5ਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ। ਵਿਦਿਆਰਥੀਓ, ਅੱਜ ਆਪਾਂ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਬਾਣੀ ਆਰਤੀ ਦੀ ਵਿਆਖਿਆ ਕਰਾਂਗੇ। ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਸਮੁੱਚੇ ਬ੍ਰਹਿਮੰਡ ਨੂੰ ਪਰਮਾਤਮਾ ਦੀ ਆਰਤੀ ਕਰਦੇ ਹੋਏ ਦਿਖਾਇਆ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਵਿਦਿਆਰਥੀਓ, ਆਪਾਂ ਜਿਸ ਤਰ੍ਹਾਂ ਪਹਿਲਾਂ ਕਰਦੇ ਹੁੰਦੇ ਹਾਂ ਉਸੇ ਤਰ੍ਹਾਂ ਸਰਲ ਅਰਥ ਕਰਦੇ ਹੋਏ ਨਾਲ ਦੀ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਦੱਸਦੇ ਜਾਵਾਂਗੇ। ਸੋ ਵਿਦਿਆਰਥੀਓ, ਇਹ ਅਰਥ ਤੁਹਾਡੇ ਪੇਪਰ ਵਿੱਚ ਜ਼ਰੂਰ ਆਉਣਗੇ, ਸੋ ਇਹਨਾਂ ਨੂੰ ਨੋਟ ਕਰ ਲਿਓ। ਗੁਰੂ ਸਾਹਿਬ ਫਰਮਾਉਂਦੇ ਹਨ, ਸਾਰਾ ਆਕਾਸ਼ ਗਗਨ ਮੈਂ ਥਾਲ ਰਵ ਚੰਦ ਦੀਪਕ। ਗਗਨ ਭਾਵ ਆਕਾਸ਼, ਗਗਨ ਮੈਂ ਭਾਵ ਗਗਨਮय, ਗਗਨ ਰੂਪੀ ਭਾਵ ਆਕਾਸ਼ ਰੂਪੀ, ਗਗਨਮय ਭਾਵ ਆਕਾਸ਼ ਰੂਪੀ ਸਾਰਾ ਆਕਾਸ਼। ਰਵ ਸੂਰਜ, ਦੀਪਕ ਦੀਵੇ, ਜਨਕ ਜਾਣੋ ਜਾਂ ਮੰਨ ਲਓ ਜਾਂ ਮੰਨ ਲਿਆ ਜਾਵੇ। ਗੁਰੂ ਸਾਹਿਬ ਫਰਮਾਉਂਦੇ ਹਨ, ਸਾਰਾ ਆਕਾਸ਼ ਮਾਨੋ ਜਾਂ ਜਾਣ ਲਓ ਇੱਕ ਥਾਲ ਦੇ ਸਮਾਨ ਹੈ, ਕਿਉਂਕਿ ਆਰਤੀ ਥਾਲ ਵਿੱਚ ਹੀ ਵਸਤੂਆਂ ਨੂੰ ਟਿਕਾ ਕੇ ਕੀਤੀ ਜਾਂਦੀ ਹੈ। ਸੋ ਸਾਰਾ ਆਕਾਸ਼ ਇੱਕ ਥਾਲ ਦੇ ਸਮਾਨ ਹੈ, ਜਿਸ ਵਿੱਚ ਸੂਰਜ ਅਤੇ ਚੰਦ ਦੀਵੇ ਬਣੇ ਹੋਏ ਹਨ ਅਤੇ ਤਾਰਿਆਂ ਦੇ ਸਮੂਹ ਮੰਨ ਲਿਆ ਜਾਵੇ ਜਾਂ ਮੰਨ ਲਓ ਥਾਲ ਵਿੱਚ ਰੱਖੇ ਹੋਏ ਮੋਤੀਆਂ ਦੇ ਸਮਾਨ ਹਨ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਧੁੱਪ ਮਲ ਆਨ ਲਓ ਪਾਵਨ ਚਵਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ। ਮਲ ਆਨ ਲਓ, ਮਲ ਆਨ ਲਓ ਭਾਵ ਮਲय ਆਨ ਲਓ, ਮਲय ਆਨ ਲਓ ਭਾਵ ਮਲय ਪਹਾੜ ਵੱਲੋਂ ਆਉਣ ਵਾਲੀ ਹਵਾ। ਅਨਲ ਭਾਵ ਹਵਾ, ਮਲय ਪਹਾੜ, ਅਨਲ ਹਵਾ, ਅਨਲੋ ਭਾਵ ਮਲय ਪਰਬਤ ਤੋਂ ਆਉਣ ਵਾਲੀ ਹਵਾ, ਜਿਸ ਵਿੱਚ ਮਲय ਪਰਬਤ ਉੱਤੇ ਚੰਦਨ ਦੇ ਬੂਟੇ ਹੋਣ ਕਰਕੇ ਉੱਥੋਂ ਆਉਣ ਵਾਲੀ ਹਵਾ ਸੁਗੰਧਿਤ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਮਲय ਪਰਬਤ ਤੋਂ ਆਉਣ ਵਾਲੀ ਹਵਾ ਨੂੰ ਧੂਪ ਦੇ ਸਮਾਨ ਤੁਲਨਾ ਕੀਤੀ ਹੈ। ਸਗਲ ਸਾਰੀ ਬਨ ਰਾਏ ਬਨਸਪਤੀ, ਫੁਲੰਤ ਫੁੱਲ ਦੇ ਰਹੀ ਹੈ। ਫੁਲੰਤ ਭਾਵ ਵਿੱਚ ਫੁੱਲ ਦੇ ਰਹੀ, ਪੂਰੀ ਬਨਸਪਤੀ ਫੁੱਲ ਦੇ ਰਹੀ ਹੈ, ਜੋਤੀ ਜੋਤ ਰੂਪ ਵਿੱਚ। ਸੋ ਵਿਦਿਆਰਥੀਓ, ਅੱਗੇ ਅਰਥ ਕਰਦੇ ਹਾਂ। ਮਲੇ ਗੁਰੂ ਸਾਹਿਬ ਫਰਮਾਉਂਦੇ ਹਨ, ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਮਲय ਪਰਬਤ ਵੱਲੋਂ ਆਉਣ ਵਾਲੀ ਹਵਾ ਮਾਨੋ ਧੂਫ ਦੇ ਸਮਾਨ ਹੈ, ਭਾਵ ਧੂਫ ਦੇ ਸਮਾਨ ਮਹਿਕਾਂ ਦੇ ਰਹੀ ਹੈ ਅਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤੀ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਪੇਸ਼ ਕਰ ਰਹੀ ਹੈ, ਫੁੱਲ ਦੇ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਭਵ ਖੰਡਨ ਹੇ ਜਨਮ ਮਰਨ ਕੱਟਣ ਵਾਲੇ, ਭਵ ਖੰਡਨ ਭਾਵ ਜਨਮ ਮਰਨ ਕੱਟਣ ਵਾਲੇ, ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਹੇ ਪ੍ਰਭੂ। ਹੇ ਜੀਵਾਂ ਦੇ ਜਨਮ ਮਰਨ ਨਾਸ਼ ਕਰਨ ਵਾਲੇ, ਇਹ ਤੇਰੀ ਅਦਭੁਤ ਆਰਤੀ ਹੈ। ਸੋ ਵਿਦਿਆਰਥੀ, ਗੁਰੂ ਸਾਹਿਬ ਫਰਮਾਉਂਦੇ ਹਨ, ਕੁਦਰਤ ਵਿੱਚ ਇਹ ਪ੍ਰਮਾਤਮਾ ਤੇਰੀ ਕੈਸੀ ਆਰਤੀ ਹੋ ਰਹੀ ਹੈ। ਇਹ ਜੀਵਾਂ ਦੇ ਜਨਮ ਮਰਨ ਦਾ ਨਾਸ਼ ਕਰਨ ਵਾਲੇ, ਜਨਮ ਮਰਨ ਕੱਟਣ ਵਾਲੇ, ਹੇ ਪ੍ਰਭੂ, ਇਹ ਤੇਰੀ ਅਦਭੁਤ ਆਰਤੀ ਹੈ, ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਅਨਹਤਾ ਸ਼ਬਦ ਬਜੰਤ ਭੇਰੀ, ਅਨਹਤਾ ਅਨਹਤ ਜੋ ਬਿਨਾਂ ਬਜਾਏ ਹੀ ਬੱਜੇ, ਇੱਕ ਇਲਾਹੀ ਆਵਾਜ਼ ਆਵੇ, ਭਾਵ ਜਿਹਨੂੰ ਕਿ ਵਜਾ ਨਹੀਂ ਰਿਹਾ ਪਰ ਇੱਕ ਆਵਾਜ਼ ਆ ਰਹੀ ਹੈ, ਇੱਕ ਸ਼ਬਦ ਦੀ ਆਵਾਜ਼ ਆ ਰਹੀ ਹੈ, ਇੱਕ ਰਸ। ਸ਼ਬਦ ਭਾਵ
ਜੀਵਨ ਰੌਂ, ਇੱਕ ਜੀਵਨ ਰੌਂ ਰੂਪੀ ਜੋ ਸਾਡੇ ਅੰਦਰ ਇੱਕ ਧੁਨੀ ਗੂੰਜਦੀ ਹੈ, ਉਹ ਸ਼ਬਦ ਭੇਰੀ, ਡੱਫ ਜਾਂ ਨਗਾਰਾ। ਗੁਰੂ ਸਾਹਿਬ ਫਰਮਾਉਂਦੇ ਹਨ, ਅਨਹਤਾ ਸ਼ਬਦ ਬਜੰਤ ਭੇਰੀ, ਸਭ ਜੀਵਾਂ ਵਿੱਚ ਰੁਮਕ ਰਹੀ, ਭਾਵ ਵਿੱਚੋਂ ਜੀਵਾਂ ਵਿੱਚੋਂ ਆ ਰਹੀ ਇੱਕੋ ਜੀਵਨ ਰੋ ਮਾਨੋ। ਇੱਕੋ ਜੀਵਨ ਰੋ ਇੱਕ ਜੀਵਨ ਦੀ ਇੱਕ ਧੁਨੀ ਆਵਾਜ਼ ਹੈ ਜੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ, ਜੋ ਤੇਰੀ ਆਰਤੀ ਦੇ ਵੱਜ ਰਹੇ ਨਗਾਰਿਆਂ ਦੇ ਰੂਪ ਵਿੱਚ ਮਹਿਸੂਸ ਹੋ ਰਹੀ ਹੈ। ਭਾਵ ਹਰੇਕ ਜੀਵ ਵਿੱਚੋਂ ਇੱਕ ਜੀਵਨ ਰੂਪੀ ਜੋ ਆਵਾਜ਼ ਆ ਰਹੀ ਹੈ, ਇੱਕ ਸ਼ਬਦ ਗੂੰਜ ਰਿਹਾ ਹੈ, ਪਰਮਾਤਮਾ ਤੇਰੇ ਲਈ ਨਗਾਰੇ ਵੱਜ ਰਹੇ ਹਨ। ਉਹ ਸਾਹਸ ਤਵ ਨੈਣ ਨਨ ਨੈਣ ਹਹ ਤੋਹੀ, ਕਉ ਸਾਸ ਸਹਿਸ ਮੂਰਤ ਨੰਨਾ ਏਕ ਤੋਹੀ। ਵਿਦਿਆਰਥੀਓ, ਸਮਝਣ ਵਾਲੀ ਚੀਜ਼ ਹੈ, ਹਰ ਸ਼ਬਦ ਦੇ ਇੱਕ ਵਚਨ ਦੇ ਬਹੁ ਵਚਨ ਦੇ ਅਰਥ ਹਨ। ਜਿਸ ਤਰ੍ਹਾਂ ਸਹਿਸ ਭਾਵ ਹਜ਼ਾਰਾਂ, ਤਵ ਤੇਰੇ, ਨੈਣ ਅੱਖਾਂ, ਨਨ ਕੋਈ ਨਹੀਂ, ਹੈ ਤੋਂ ਬਹੁ ਵਚਨ ਹੈ ਹੋਣ, ਹੈ ਦਾ ਬਹੁ ਵਚਨ ਹੈ ਬੱਚੇ, ਤੋਹੇ ਕਉ ਤੇਰੇ ਤੈਨੂੰ, ਤੋਹੇ ਕੋ ਭਾਵ ਤੇਰੇ ਤੈਨੂੰ ਤੇ ਤੇਰੇ ਵਾਸਤੇ, ਮੂਰਤ ਸ਼ਕਲ, ਨਾ ਕੋਈ ਨਹੀਂ, ਤੋਹੀ ਤੇਰੀ। ਸੋ ਵਿਦਿਆਰਥੀਓ, ਗੁਰੂ ਸਾਹਿਬ ਫਰਮਾਉਂਦੇ ਹਨ, ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਤੇਰੀਆਂ ਹਜ਼ਾਰਾਂ ਅੱਖਾਂ ਹਨ। ਕਿਉਂਕਿ ਗੁਰਬਾਣੀ ਪਰਮਾਤਮਾ ਨੂੰ ਨਿਰਾਕਾਰ ਮੰਨਦੀ ਹੈ, ਇਹ ਵੀ ਮੰਨਦੀ ਹੈ ਕਿ ਹਰ ਜੀਵ ਵਿੱਚ ਪਰਮਾਤਮਾ ਨਿਵਾਸ ਕਰਦਾ ਹੈ। ਸੋ ਜੇਕਰ ਇਹ ਮੰਨ ਲਿਆ ਜਾਵੇ ਹਰ ਜੀਵ ਵਿੱਚ ਪਰਮਾਤਮਾ ਨਿਵਾਸ ਕਰਦਾ ਹੈ, ਤਾਂ ਇਹ ਪਰਮਾਤਮਾ ਹਰ ਜੀਵ ਵਿੱਚ ਵਿਆਪਕ ਰਹਿਣ ਕਰਕੇ ਤੇਰੀਆਂ ਹਜ਼ਾਰਾਂ ਅੱਖਾਂ ਹਨ। ਸਹਸ ਤਵ ਨੈਣ, ਵੀ ਤੇਰੀਆਂ ਹਜ਼ਾਰਾਂ ਹੀ ਅੱਖਾਂ ਹਨ। ਪਰ ਨਿਰਾਕਾਰ ਹੋਣ ਕਰਕੇ ਵੀ ਤੇਰਾ ਕੋਈ ਰੂਪ ਵੀ ਹੈ ਨਹੀਂ, ਪਰਮਾਤਮਾ ਤੂੰ ਨਿਰਾਕਾਰ ਆ, ਵੀ ਤੈਨੂੰ ਕਿਸੇ ਵੀ ਰੂਪ ਵਿੱਚ ਰੱਖ ਕੇ ਅਸੀਂ ਪੂਜ ਨਹੀਂ ਸਕਦੇ। ਹੇ ਪ੍ਰਭੂ, ਤੇਰੀ ਕੋਈ ਵੀ ਅੱਖ ਨਹੀਂ। ਜੇ ਤੂੰ ਨਿਰਾਕਾਰ ਰੂਪ ਵਿੱਚ ਤੈਨੂੰ ਮੰਨ ਲਿਆ ਜਾਵੇ ਤਾਂ ਤੇਰੀ ਕੋਈ ਵੀ ਅੱਖ ਨਹੀਂ, ਹਜ਼ਾਰਾਂ ਤੇਰੀਆਂ ਸ਼ਕਲਾਂ ਹਨ। ਸਾਹਸ ਮੂਰਤ ਭਾਵ ਇਹ ਪਰਮਾਤਮਾ ਜੇਕਰ ਜੀਵਾਂ ਵਿੱਚ ਨਿਵਾਸ ਕਰਦਾ ਤੈਨੂੰ ਮੰਨ ਲਿਆ ਜਾਵੇ ਤਾਂ ਤੇਰੀਆਂ ਹਜ਼ਾਰਾਂ ਹੀ ਮੂਰਤਾਂ ਹਨ। ਪਰ ਜੇ ਤੈਨੂੰ ਨਿਰਾਕਾਰ ਰੂਪ ਵਿੱਚ ਮੰਨਿਆ ਜਾਵੇ, ਭਾਵ ਤੇਰਾ ਕੋਈ ਰੂਪ ਨਹੀਂ ਹੈ, ਤਾਂ ਤੇਰੀ ਕੋਈ ਵੀ ਸ਼ਕਲ ਨਹੀਂ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ, ਗੰਧ ਇਵ ਚਲਤ ਮੋਹੀ। ਪਦ ਭਾਵ ਪੈਰ, ਬਿਮਲ ਸਾਫ, ਗੰਧ ਨੱਕ, ਤਿਵ ਇਸ ਤਰ੍ਹਾਂ, ਚਲਤ ਕੌਤਕ ਅਚਰਜ ਖੇਡ। ਵਿਦਿਆਰਥੀਓ, ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਸਹਜ ਪਦ ਬਿਮਲ, ਹਜ਼ਾਰਾਂ ਤੇਰੇ ਸੋਹਣੇ ਪਿਆਰ ਹਨ। ਜੇ ਤੈਨੂੰ ਹਰ ਮਨੁੱਖ ਵਿੱਚ ਭਾਵ ਜੀਵਾਂ ਵਿੱਚ ਵਸਦਾ ਮੰਨੀਏ ਤਾਂ ਤੇਰੇ ਹਜ਼ਾਰਾਂ ਹੀ ਸੋਹਣੇ ਪੈਰ ਹਨ। ਨਨ ਏਕ ਪਦ, ਪਰ ਨਿਰਾਕਾਰ ਰੂਪ ਹੋਣ ਕਰਕੇ ਤੇਰਾ ਕੋਈ ਵੀ ਪੈਰ ਨਹੀਂ। ਗੰਧ ਬਿਨ ਸਹਸ ਤਵ, ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਬਿਨਾਂ ਨੱਕ ਤੋਂ ਹੈ, ਭਾਵ ਤੇਰਾ ਇੱਕ ਵੀ ਨੱਕ ਨਹੀਂ। ਉਸੇ ਰੂਪ ਵਿੱਚ ਜੇ ਕਿ ਜੀਵਾਂ ਵਿੱਚ ਮੰਨਿਆ ਜਾਵੇ ਤੇਰੇ ਹਜ਼ਾਰਾਂ ਨੱਕ ਹਨ, ਪਰ ਜੇ ਨਿਰਾਕਾਰ ਰੂਪ ਦੇਖਿਆ ਜਾਵੇ ਤਾਂ ਤੇਰਾ ਕੋਈ ਵੀ ਨੱਕ ਨਹੀਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ। ਗੁਰੂ ਸਾਹਿਬ ਇਹੀ ਕਹਿਣਾ ਚਾਹੁੰਦੇ ਹਨ ਵੀ ਇਹ ਪਰਮਾਤਮਾ ਤੂੰ ਹਰ ਜੀਵ ਵਿੱਚ ਵਿਰਾਜਮਾਨ ਹੈ, ਪਰ ਤੇਰਾ ਫਿਰ ਵੀ ਕੋਈ ਰੂਪ ਨਹੀਂ, ਭਾਵ ਤੈਨੂੰ ਕਿਸੇ ਰੂਪ ਵਿੱਚ ਬੰਨ੍ਹ ਕੇ ਪੂਜਿਆ ਜਾਂ ਮੰਨਿਆ ਨਹੀਂ ਜਾ ਸਕਦਾ। ਸਭ ਮਹਿ ਜੋਤ ਜੋਤ ਹੈ ਸੋਈ, ਜੋਤ ਚਾਨਣ ਪ੍ਰਕਾਸ਼ ਸੋਈ। ਉਹ ਪ੍ਰਭੂ, ਗੁਰੂ ਸਾਹਿਬ ਫਰਮਾਉਂਦੇ ਹਨ, ਸਾਰੇ ਜੀਵਾਂ ਵਿੱਚ ਇੱਕੋ ਉਹੀ ਪਰਮਾਤਮਾ ਦੀ ਜੋਤ ਵਰਤ ਰਹੀ ਹੈ। ਜਿਸ ਤਰ੍ਹਾਂ ਉੱਪਰ ਫਰਮਾਇਆ ਹੈ ਗੁਰੂ ਸਾਹਿਬ ਨੇ ਵੀ ਹਰ ਜੀਵ, ਹਜ਼ਾਰਾਂ ਜੀਵਾਂ ਜਾਂ ਪੂਰੇ ਸਮੁੱਚੇ ਬ੍ਰਹਿਮੰਡ ਦੇ ਜੀਵਾਂ ਵਿੱਚ ਤੇਰਾ ਰੂਪ ਹੋਣ ਕਰਕੇ ਤੇਰੇ ਓਨੇ ਹੀ ਪੈਰ, ਓਨੇ ਨੱਕ, ਓਨੇ ਹੀ ਰੂਪ ਹਨ। ਇਸ ਤਰ੍ਹਾਂ ਇਹ ਪਰਮਾਤਮਾ ਤੂੰ ਹਰ ਜੀਵ ਵਿੱਚ ਸਮਾਇਆ ਹੋਇਆ, ਸਾਰੇ ਜੀਵਾਂ ਵਿੱਚੋਂ ਇੱਕੋ ਤੂੰ ਹੀ ਪਰਮਾਤਮਾ, ਤੂੰ ਹੀ ਹੈ ਅਤੇ ਤੇਰੀ ਹੀ ਜੋਤ ਵਰਤ ਰਹੀ ਹੈ। ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਤਿਸ ਦੇ ਉਸ ਪ੍ਰਭੂ ਦੇ ਚਾਨਣ ਨਾਲ, ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਹੈ। ਇਹ ਪਰਮਾਤਮਾ
ਤੇਰੀ ਹੀ ਜੋਤ ਕਰਕੇ ਹਰ ਜੀਵ ਵਿੱਚ ਚਾਨਣ ਹੈ, ਭਾਵ ਹਰ ਜੀਵ ਵਿੱਚ ਜੀਵਨ ਤੇਰੀ ਹੋਂਦ ਕਰਕੇ ਹੀ ਮੌਜੂਦ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ ਸਾਖੀ ਸਿੱਖਿਆ ਨਾਲ। ਅੱਗੋਂ ਗੁਰੂ ਸਾਹਿਬ ਫਰਮਾਉਂਦੇ ਹਨ, ਪਰ ਇਹ ਜੋਤ ਦਾ ਗਿਆਨ ਜਾਂ ਗੁਰੂ, ਇਹ ਅਸਲ ਸਿੱਖਿਆ ਗੁਰੂ ਦੀ ਸਿੱਖਿਆ ਨਾਲ ਹੀ ਪ੍ਰਾਪਤ ਹੁੰਦੀ ਹੈ। ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ, ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਭਾਵ ਹਰ ਜੀਵ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ। ਜੋ ਤਿਸ ਭਾਵੇ ਸੋ ਆਰਤੀ ਹੋਏ। ਅੱਗੋਂ ਗੁਰੂ ਸਾਹਿਬ ਫਰਮਾਉਂਦੇ ਹਨ, ਇਹ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ, ਉਸ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ, ਉਹ ਜੀਵ ਨੂੰ ਚੰਗਾ ਲੱਗੇ। ਪ੍ਰਭੂ ਦੀ ਰਜ਼ਾ ਵਿੱਚ ਤੁਰਨਾ, ਪ੍ਰਭੂ ਦੀ ਆਰਤੀ ਕਰਨੀ ਹੈ, ਭਾਵ ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗਣਾ ਚਾਹੀਦਾ ਹੈ, ਚੰਗਾ ਲੱਗਦਾ ਹੈ, ਭਾਵ ਮਨੁੱਖ ਨੂੰ, ਹਰੇਕ ਜੀਵ ਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਤੁਰਨਾ ਹੀ ਇੱਕ ਆਰਤੀ ਸਮਾਨ ਹੈ, ਭਾਵ ਪਰਮਾਤਮਾ ਦਾ ਕੀਤਾ ਮੰਨਣਾ ਹੀ ਉਸ ਦੀ ਆਰਤੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਣਦਿਨੋ ਮੋਹੇ ਆਹੀ ਪਿਆਸਾ। ਮਕਰੰਦ ਫੁੱਲਾਂ ਵਿਚਲੀ ਧੂੜ, ਇੱਕ ਫੁੱਲਾਂ ਵਿੱਚ ਇੱਕ ਪਾਊਡਰ ਜਿਹਾ ਉੱਡਦਾ ਜਦੋਂ ਛੇੜੀ ਦਾ ਫੁੱਲਾਂ ਨੂੰ, ਧੂੜ, ਉਹਨੂੰ ਮਕਰੰਦ ਕਹਿੰਦੇ ਆ, ਜਾਂ ਫੁੱਲਾਂ ਦਾ ਰਸ। ਮਨੋ ਮਨ ਅਣਦਿਨੋ ਭਾਵ ਨਿਤ ਦਿਨ, ਹਰ ਰੋਜ਼ ਮੋਹੇ ਮੈਨੂੰ ਆਹੀ ਹੈ ਕਹਿੰਦੀ ਹੈ। ਹੇ ਪ੍ਰਮਾਤਮਾ, ਤੇਰੇ ਚਰਨ ਰੂਪ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਉਂਦਾ ਹੈ। ਹਰ ਰੋਜ਼ ਮੈਨੂੰ ਇਸੇ ਦੀ ਪਿਆਸ, ਇਸੇ ਰਸ ਦੀ ਪਿਆਸ ਲੱਗੀ ਹੋਈ ਰਹਿੰਦੀ ਹੈ। ਅੱਗੋਂ ਗੁਰੂ ਸਾਹਿਬ ਫਰਮਾਉਂਦੇ ਹਨ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਂ ਤੇਰੇ ਨਾਏ ਵਾਸਾ। ਸਾਰੰਗ ਪਪੀਹਾ ਕਉ ਨੂੰ ਜਾ ਤੇ ਜਿਸ ਨਾਲ ਤੇਰੇ ਨਾਏ, ਤੇਰੇ ਨਾਮ ਵਿੱਚ। ਗੁਰੂ ਸਾਹਿਬ ਫਰਮਾਉਂਦੇ ਹਨ, ਹੇ ਪ੍ਰਮਾਤਮਾ, ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ, ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾਂ।